देश वा पर मोहे है, शुभ कर्मंते कभू न डरूं, न डरूं और सोच अब जाए लड़ूं, निश्चय कर अपनी जीत करूं। वाहिगुरू जी का खालसा, वाहिगुरू जी की फतेह। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਹਰਮਨ ਪਿਆਰਾ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 536 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਤੇ ਅੱਜ ਇੱਕ ਨਵਾਂ ਐਪੀਸੋਡ 537 ਨੰਬਰ ਲੈ ਕੇ ਸਾਰੀਆਂ ਸੰਗਤਾਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿੱਥੇ ਜਿੱਥੇ ਬੈਠੇ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਹੋ ਬਹੁਤ ਬਹੁਤ ਧੰਨਵਾਦ। ਖਾਸ ਕਰਕੇ ਧੰਨਵਾਦ ਕਰਦੇ ਹਾਂ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ जी ਦਾ, ਜਿਹੜੇ ਕਿ ਸਾਡੇ ਸਾਰੇ ਸਵਾਲਾਂ ਦੇ ਜਵਾਬ ਗੁਰ ਇਤਿਹਾਸ, ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਦਿੰਦੇ ਹਨ। ਪ੍ਰੋਗਰਾਮ ਦੀ शुरुआत करने तो पहला गुरु फतेह सांझी करते हैं वीर जी। वाहिगुरू जी का खालसा, वाहिगुरू जी की फतेह। पिछले एपीसोड में वीर जी तुसी संगतां दे नाल सांझ पाई कि सतगुरु जी दिल्ली पहुँच गए ने ते दिल्ली जमुना दे पार सतगुरु जी ने अपना जिहड़ा पड़ाव कीता उत्थे ओ ठहरे हुए ने। दिल्ली दे सिखां ने सतगुरु जी ने मन में सोचा कि मैं दिल्ली, उन्होंने कहा कि मैं दिल्ली वेखना चाहता, क्योंकि सतगुरु जी का परिवार भी उत्थे सी, दिल्ली वेखना भी चाहते सी। पर सिंघां ने सोचा कि जिस दिल्ली दे विच गए तो हालात शायद होर हो जाण, तो उन्होंने जमुना दे विच बेड़ा, स्पैशल बेड़ा बना के सतगुरु जी नूं दूरों दूरबीन दे नाल दिल्ली जिहड़ी विखाई। दिल्ली विच होर की कुछ वापरिया तुसीं संगतां दे नाल जरूर सांझ पाओ। ते भाई धर्म सिंह जी गुरु सतगुरु जी नाल कित्थे आके मिले, उन्हां दा कित्थे मिलाप होया, इहदे बारे संगतां दे नाल अज दे एपीसोड विच कोशिश करो साझा करन दी। भाई तुहाडा बहुत बहुत धन्नवाद जी। लड़ी जोड़ी तुसीं ते नाल नाल लड़ी नूं अगांह ਤੋਰਨ ਦੇ ਲਈ सवाल भी खड़े कीते। एक सवाल दे विच मैं किहा 2-3 सवाल हो गए जी जी, पर आपां करदे गल जिन्नी हो सकदी होई। हाँ जी। पिछले एपीसोड च आपां देखिया सी सतगुरु जी दिल्ली दे सिखां नूं समझा रहा सी जी जी कि सिੱਖੀ ਜਿਹੜੀ ਆ ਨਾ ਅੰਦਰ ਪੱਟ ਬਾਹਰ ਗੁੱਦੜ ਤੇ ਭਲੇ ਸੰਸਾਰ ਉਹ ਪ੍ਰਵਾਨ ਹੈ ਗੁਰੂ ਦੇ ਘਰ ਦੇ ਵਿੱਚ। ਸੋ ਅੰਦਰੋਂ ਵੀ ਜੁੜ ਕੇ ਰਹੋ, ਅੰਦਰੋਂ ਵੀ ਜੁੜ ਕੇ ਰਹੋ। ਸਿਰਫ ਪੋਸ਼ਾਕ ਦੀ ਸਿੱਖੀ ਨਾ ਹੋਵੇ, ਸਿਰਫ ਬਾਣੇ ਦੀ ਸਿੱਖੀ ਨਾ ਹੋਵੇ, ਅੰਦਰੋਂ ਵੀ ਕੁਛ ਹੋਵੇ ਤੇ ਬਾਣਾ ਵਾਰ ਦੀ ਤਰ੍ਹਾਂ ਆ ਜੀ। ਅੰਦਰ ਤੁਹਾਡੇ ਕੋਈ ਹੈ ਤੇ ਉਹ ਫਿਰ ਅੰਦਰਲੀ ਫਸਲ ਆ, ਫਸਲ ਦੀ ਰੱਖਿਆ ਲਈ ਬਾਰ ਬਾਰ ਆਇਆ। ਸੋ ਸਤਿਗੁਰੂ ਨੇ ਸਮਝਾਉਣੀ ਕੀਤੀ, ਨਾਲ ਸਤਿਗੁਰੂ ਨੇ ਆਖਿਆ ਕਿ ਗੁਰੂ ਨੇ ਤੁਹਾਡੀ ਰੱਖਿਆ ਕਰਨੀ ਹੈ ਜੀ ਜੀ। ਤੁਸੀਂ ਗੁਰੂ ਦੀ ਰੱਖਿਆ ਲਈ ਆਪਣੇ ਆਪ ਨੂੰ ਨਾ ਬੜਾ ਜੀ ਚਿੰਤਾਤੁਰ ਕਰਿਆ ਕਰੋ। ਗੁਰੂ ਦੀ ਸਮਰੱਥਾ ਉੱਤੇ ਭਰੋਸਾ ਰੱਖੋਗੇ ਤਾਂ ਤੁਹਾਡਾ ਪਾਰ ਉਤਾਰਾ ਹੁੰਦਾ ਰਹੇਗਾ। ਜੀ ਜੀ, ਇਹ ਗੱਲ ਕੀਤੀ। ਨਾਲ ਸਤਿਗੁਰੂ ਨੇ ਆਪਦੇ ਵੱਲੋਂ ਐਲਾਨ ਕੀਤਾ ਦਿੱਲੀ ਦੇ ਸਿੱਖਾਂ ਨੂੰ ਸੰਬੋਧਨ ਹੋ ਕੇ ਕਿ ਸਾਡੀ ਮਰਜ਼ੀ ਤੋਂ ਬਿਨਾਂ ਜੀ ਸਾਡੇ ਸਰੀਰ ਨੂੰ ਤਾਂ ਕਿ ਸਾਡੇ ਪਰਛਾਵੇਂ ਨੂੰ ਵੀ ਕੋਈ ਤੁਰਕ ਛੂਹ ਵੀ ਨਹੀਂ ਸਕਦਾ। ਜੀ ਜੀ, ਸਾਡੀ ਮਰਜ਼ੀ ਹੋਊਗੀ, ਗੱਲ ਵੱਖਰੀ। ਫਿਰ हाँ जी, ਜੋ ਕੁਝ ਵਰਤਣਾ ਉਹ ਸਾਡੇ ਭਾਣੇ 'ਚ ਵਰਤਣਾ, ਰੱਬੀ ਭਾਣਿਆਂ 'ਚ ਸਾਡੀ ਮਰਜ਼ੀ ਦੇ ਨਾਲ ਵਿੱਚ ਵਰਤਣਾ ਹੈਗਾ। ਇਸ ਕਰਕੇ ਤੁਸੀਂ ਬਹੁਤ ਜ਼ਿਆਦਾ ਫਿਕਰਮੰਦ ਨਾ ਹੋਵੋ। ਇਹ ਗੱਲ ਉਹਨਾਂ ਨੂੰ ਸਮਝਾਈ ਕੀਤੀ, ਇਸ ਕਰ ਰਹੇ ਸਮਝਾਉਣੇ ਵਾ ਪਿਛਲੇ ਐਪੀਸੋਡ 'ਚ ਦੇਖਿਆ। ਉਸ ਤੋਂ ਬਾਅਦ ਸੰਗਤਾਂ ਆਲੇ ਦੁਆਲੇ ਜੁੜੀਆਂ ਪਤਵੰਤਿਆਂ ਨੇ ਹੱਥ ਵੀ ਜੋੜਿਆ, ਖਿਮਾ ਜਾਚਨਾ ਵੀ ਕੀਤੀ। ਸਤਿਗੁਰੂ ਜੀ ਤੁਸੀਂ ਜਾਣੀ ਜਾਣੋ, ਤੁਸੀਂ ਸਮਰੱਥ ਹੋ। ਸਾਡੀ ਜਿਹੜੀ ਬਿਰਤੀ ਸੀਗੀ ਉਹ ਮਾੜੀ ਨਹੀਂ ਸੀ, ਸਤਿਗੁਰੂ ਵੀ ਜਾਣਦੇ ਸੀ ਬਿਰਤੀ ਠੀਕ ਆ। ਤੇ ਸਤਿਗੁਰੂ ਜੀ ਨੇ ਉੱਥੇ ਫਿਰ ਬੈਠ ਕੇ ਸਾਰੇ ਪਤਵੰਤੇ ਸਿੱਖਾਂ ਨੂੰ, ਜਿਨ੍ਹਾਂ 'ਚ ਭਾਈ ਮਨੀ ਸਿੰਘ ਵੀ ਬੈਠੇ, ਜਿਨ੍ਹਾਂ 'ਚ ਭਾਈ ਜਵਾਹਰ ਸਿੰਘ ਵੀ ਬੈਠੇ, ਜਿਨ੍ਹਾਂ 'ਚ ਭਾਈ ਨਗਾਈਆ ਸਿੰਘ ਵੀ ਬੈਠੇ ਆ ਜੀ, ਜਿਨ੍ਹਾਂ 'ਚ ਦਿੱਲੀ ਦੇ ਹੋਰ ਸਾਰੇ ਪਤਵੰਤੇ ਸਿੱਖ ਬੈਠੇ ਆ। ਤੇ ਸਤਿਗੁਰੂ ਨੇ ਆਖਿਆ ਕਿ ਏਦਾਂ ਕਰੋ, ਸਾਰੇ ਡਰ ਡੁੱਕ ਚੱਕ ਕੇ ਨਾ ਹੁਣ ਹਾਂਜੀ ਹਾਂਜੀ, ਜਿਹੜੀ ਥਾਂ ਤੇ ਗੁਰੂ ਤੇਗ ਬਹਾਦਰ ਦਾ ਸੰਸਕਾਰ ਕੀਤਾ ਗਿਆ ਸੀ, ਧਰ ਦਾ, ਹਾਂਜੀ ਹਾਂਜੀ, ਆਪਾਂ ਇਤਿਹਾਸ 'ਚ ਗੱਲ ਕੀਤੀ ਧਰ ਦਾ ਸੰਸਕਾਰ ਭਾਈ ਲੱਕੀ ਸ਼ਾਹ ਮਨਜਾਰੇ ਦੇ ਘਰ ਨੂੰ ਅੱਗ ਲਾ ਕੇ ਕੀਤਾ ਗਿਆ ਸੀ, ਚੋਰੀ ਕੀਤਾ ਗਿਆ ਸੀ। ਰਾਤ ਨੂੰ ਚੰਦਨ ਪਾ ਕੇ ਤੇ ਘਰ ਨੂੰ ਅੱਗ ਲਾਤੀ ਸੀ ਤੇ ਉਹ ਕਿਸੇ ਨੂੰ ਉਹਦਾ ਪਤਾ ਨਹੀਂ ਸੀ। ਜੀ ਜੀ, ਸਤਿਗੁਰੂ ਨੇ ਕਿਹਾ ਹੁਣ ਉਹ ਥਾਂ ਪ੍ਰਗਟ ਕਰ ਦਿਓ। ਠੀਕ ਹੈ, ਉਹ ਥਾਂ ਪ੍ਰਗਟ ਕਰ ਦਿਓ। ਮੁਗਲ ਹਕੂਮਤ ਨੇ ਕਿਹਾ ਸੀ ਕੋਈ ਤੁਹਾਨੂੰ ਹੱਥ ਨਹੀਂ ਲਾ ਸਕਦਾ, ਤੇ ਦਿੱਲੀ ਦੇ ਸਿੱਖਾਂ ਨੇ ਦਿੱਲੀ ਵਿੱਚ ਹੀ ਧੜ ਦਾ ਸੰਸਕਾਰ ਵੀ ਕਰ ਦਿੱਤਾ ਹਾਂਜੀ, ਆਪਦੀ ਮਰਜ਼ੀ ਨਾਲ। ਜੀ ਜੀ, ਬੇਸ਼ੱਕ ਥਾਂ ਪ੍ਰਗਟ ਨਹੀਂ ਕੀਤੀ ਤੇ ਗੁਰੂ ਸਾਹਿਬ ਨੇ ਸੀਸ ਦਾ ਸੰਸਕਾਰ ਦਿੱਲੀ ਅਨੰਦਪੁਰ 'ਚ ਕਰ ਦਿੱਤਾ, ਜੀ, ਉੱਥੇ ਸੀਸ ਗੰਜ ਵੀ ਬਣਾ ਦਿੱਤਾ। ਹੁਣ ਤੁਸੀਂ ਇਦਾਂ ਕਰੋ, ਬਦਲੇ ਹੋਏ ਹਾਲਾਤ ਦੇ ਵਿੱਚ ਉਹ ਥਾਂ ਪ੍ਰਗਟ ਕਰ ਦਿਓ। ਹਾਂਜੀ, ਉਹ ਪ੍ਰਗਟ ਹੋਈ ਥਾਂ ਜੀ ਦਿੱਲੀ ਦੀ ਮੁਗਲ ਹਕੂਮਤ ਦੇ ਮੂੰਹ ਤੇ ਚਪੇੜ ਹੋਊਗੀ। ਉਹ ਥਾਂ ਬਣਾਓ, ਯਾਦਗਾਰੀ ਸਥਾਨ ਬਣਾਓ, ਉੱਥੇ ਹਾਂਜੀ ਥਾਂ ਪ੍ਰਗਟ ਕਰੋ, ਉਹਨੂੰ ਦੱਸ ਦਿਓ ਵੀ ਇੱਥੇ ਸੰਸਕਾਰ ਕੀਤਾ ਗਿਆ, ਜੀ, ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਅੰਦਾਜ਼ਾ ਨਾ ਲਾਉਣ। ਤਾਂ ਨਗਾਈਆ ਸਿੰਘ ਨੇ
ਸੰਸਕਾਰ ਕੀਤਾ ਆਪਣੇ ਪਿਤਾ ਲੱਖੀ ਸ਼ਾਹ ਨਾਲ। ਹਾਂਜੀ ਵੀ ਪਤਾ ਤੇ ਹੈ ਨਗਾਈਆ ਸਾਹਿਬ ਬੈਠਾ ਆ। ਜੀ 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 ਤੁਸੀਂ ਦਿੱਲੀ ਦੇ ਪਤਵੰਤੇ ਸਿੱਖ ਬੈਠੇ, ਜਵਾਹਰ ਸਿੰਘ ਨੂੰ ਪਤਾ, ਭਾਈ ਮਨੀ ਸਿੰਘ ਨੂੰ ਪਤਾ ਆ। ਭਾਈ ਮਨੀ ਸਿੰਘ ਜਿਹੜੇ ਸੀਗੇ ਉਹ ਨਗਾਈਆ ਸਿੰਘ ਦੇ ਭਣੋਈਆ ਸੀ, ਭਾਈ ਲੱਖੀ ਸ਼ਾਹ ਵਣਜਾਰੇ ਦੇ ਜਵਾਈ ਸੀ। ਭਾਈ ਮਨੀ ਸਿੰਘ ਦੀ ਪਤਨੀ ਵੀ ਬੈਠੀ ਉੱਥੇ ਜੀ, ਬੀਬੀ ਬਸੰਤ ਕੌਰ, ਪਹਿਲਾ ਨਾਮ ਉਹਦਾ ਸੀਤੋ ਸੀਗਾ, ਮਾਤਾ ਸੀਤੋ ਸੀਗਾ, ਪਰ ਬਾਅਦ ਚ ਉਹਨੇ ਅੰਮ੍ਰਿਤ ਛਕ ਕੇ ਉਹਦਾ ਨਾਮ ਬਸੰਤ ਕੌਰ ਰੱਖਿਆ ਸਤਿਗੁਰ ਨੇ। ਸੋ ਬਸੰਤ ਕੌਰ ਵੀ ਬੈਠੀ ਆ। ਸੋ ਸਤਿਗੁਰ ਜੀ ਹੁਣ ਤਾਂ ਤੁਸੀਂ ਪਰਿਵਾਰ ਬੈਠਾ ਆ, ਇਸ ਕਰਕੇ ਥਾਂ ਪ੍ਰਗਟ ਕਰ ਦਿਓ। ਹਾਂਜੀ ਉਹਨਾਂ ਕਹਾ ਜੀ 7 ਬਚਨ ਯਾਦਗਾਰ ਬਣਾਓ ਇੱਥੇ। ਇਹ ਦਿੱਲੀ ਦੀ ਮੁਗਲ ਹਕੂਮਤ ਦੇ ਮੂੰਹ ਦੇ ਉੱਤੇ ਚਪੇੜ ਹੋਊਗੀ, ਦੁਨੀਆ ਦੇਖੂਗੀ, ਤੈਨੂੰ ਪਤਾ ਲੱਗੂ ਕਿ ਜ਼ੁਲਮ ਕਰਨ ਵਾਲੇ ਰਾਜੇ ਮਹਾਰਾਜੇ ਜਿੰਨੇ ਮਰਜ਼ੀ ਵੱਡੇ ਹੋਣ ਉਹ ਸਦਾ ਥਿਰ ਨਹੀਂ ਰਹਿੰਦੇ ਜੀ। ਔਰੰਗਜ਼ੇਬ ਨਹੀਂ ਰਿਹਾ, ਹਾਂਜੀ ਹਾਂਜੀ ਉਹਦਾ ਨਾਂ ਲੈਣ ਵਾਲੇ ਦਿੱਲੀ 'ਚ ਕੋਈ ਨਹੀਂ ਰਿਹਾ। ਜਿਹਨੂੰ ਉਹ ਰਾਜਗੱਦੀ ਦੇ ਗਿਆ ਤਾਰਾ ਆਜ਼ਮ ਉਹ ਵੀ ਮਾਰਿਆ ਗਿਆ। ਹਾਂਜੀ ਹਾਂਜੀ ਹੁਣ ਜਿਹਨੂੰ ਰਾਜਗੱਦੀ ਅਸੀਂ ਦਿੱਤੀ ਉਹ ਦਿੱਲੀ ਦੇ ਤਖਤ ਤੇ ਬੈਠਾ, ਮੁਹੰਮਦ ਬੇਸ਼ੱਕ ਪੁੱਤਰ ਉਹਦਾ ਹੀ ਆ, ਮੁਹੰਮਦ ਮੌਜ਼ਮ ਬਹਾਦਰ ਸ਼ਾਹ ਦੇ ਤੌਰ ਤੇ ਤਾਰਾ ਆਜ਼ਮ ਵੀ ਨਹੀਂ ਰਿਹਾ ਜਿਹਦੀ ਜ਼ਿੰਮੇਵਾਰੀ ਸੌਂਪ ਕੇ ਗਿਆ ਸੀ। ਨਾ ਔਰੰਗਜ਼ੇਬ ਰਿਹਾ ਆ। ਦੁਨੀਆ ਦੇ ਕੋਲ ਸੁਨੇਹਾ ਜਾਊਗਾ ਕਿ ਜ਼ੁਲਮ ਕਰਨ ਵਾਲੇ ਰਾਜੇ ਮਹਾਰਾਜੇ ਜਿੰਨੇ ਮਰਜ਼ੀ ਵੱਡੇ ਹੁਣ ਨਹੀਂ ਰਹਿੰਦੇ, ਦੁਨੀਆ ਤੇ ਸਿਰਫ ਸੱਚ ਤੇ ਧਰਮ ਰਹਿੰਦਾ ਆ। ਉਹਦੀਆਂ ਯਾਦਗਾਰਾਂ ਕਾਇਮ ਹੁੰਦੀਆਂ, ਸੋ ਯਾਦਗਾਰ ਕਾਇਮ ਕਰਦੇ ਹੋ। ਠੀਕ ਹੈ, ਧਰਤੀ ਯਾਦਗਾਰ ਕਾਇਮ ਕਰੋ। ਸਤਿਗੁਰ ਨੇ ਇਹ ਦਿੱਲੀ ਦੇ ਵਿੱਚ ਹੁਕਮ ਕੀਤਾ ਤੇ ਹੋਰ ਕੀ ਹੋਇਆ, ਇਹ ਹੁਕਮ ਸੀ ਇੱਕ। ਉਹਨਾਂ ਕਿਹਾ 7 ਬਚਨ ਜੀ, ਤੇ ਗੁਰੂ ਕੇ ਸਿੱਖਾਂ ਨੇ ਇੱਕ ਛੋਟੀ ਜਿਹੀ ਉੱਥੇ ਧਰਮਸ਼ਾਲਾ ਬਣਾ ਲਈ, ਬਣਾ ਦਿੱਤੀ, ਯਾਨੀ ਧਰਮਸ਼ਾਲਾ ਗੁਰਦੁਆਰੇ ਨੂੰ ਕਿਹਾ ਜਾਂਦਾ ਸੀ। ਉੱਥੇ ਛੋਟੀ ਯਾਦਗਾਰ ਕਾਇਮ ਕਰ ਦਿੱਤੀ ਥੋੜਾ ਜਿਹਾ ਬਣਾ ਕੇ। ਸਾਰੇ ਸਿੱਖਾਂ ਨੂੰ ਦੱਸਤਾ ਕਿ ਇੱਥੇ ਗੁਰੂ ਤੇਗ ਬਹਾਦਰ ਦਾ ਸੰਸਕਾਰ ਕੀਤਾ। ਜਿਹਨੂੰ ਨਹੀਂ ਵੀ ਸੀ ਪਤਾ, ਹੁਕੂਮਤ ਨੂੰ ਪਤਾ ਲੱਗਦਾ ਲੱਗ ਜਾਏ ਕੋਈ ਗੱਲ, ਸਤਿਗੁਰੂ ਨੇ ਐਲਾਨ ਕੀਤਾ ਸੀ ਕੋਈ ਗੱਲ ਨਹੀਂ, ਹੁਣ ਹਾਲਾਤ ਬਦਲ ਚੁੱਕੇ ਹੋਏ ਆ। ਤੇ ਉਸ ਕਿਉਂਕਿ ਥਾਂ ਸੀ ਉਹਦਾ ਨਾਂ ਰੱਖਿਆ ਗਿਆ ਯਾਦਗਾਰੀ ਥਾਂ ਦਾ। ਉੱਥੇ ਅੱਜ ਕੱਲ੍ਹ ਗੁਰਦੁਆਰਾ ਆ, ਗੁਰਦੁਆਰਾ ਰਕਾਬਗੰਜ ਸਾਹਿਬ ਜੀ, ਜਿੱਥੇ ਗੁਰੂ ਤੇਗ ਬਹਾਦਰ ਦਾ ਸੰਸਕਾਰ ਕੀਤਾ ਗਿਆ ਸੀਗਾ। ਰਾਇਸੀਨਾ ਦੇ ਇਲਾਕੇ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ ਇਹ ਥਾਂ ਉਹਨਾਂ ਨੇ ਪ੍ਰਗਟ ਕਰਤੀ। ਉਦੋਂ ਛੋਟੀ ਜਿਹੀ ਯਾਦਗਾਰ ਬਣਾਈ ਸੀ। ਬਾਅਦ ਜਦੋਂ ਬਘੇਲ ਸਿੰਘ ਜੀ ਆਏ, ਸਿੱਖ ਮਿਸ਼ਨਾਂ ਦਾ ਰਾਜ ਆਰੰਭ ਹੋਇਆ, ਉਦੋਂ ਥੋੜੀ ਯਾਦਗਾਰ ਵੱਡੀ ਕਰ ਦਿੱਤੀ ਗਈ। ਤੇ ਅੱਜ ਉੱਥੇ ਗੁਰਦੁਆਰਾ ਆਲੀਸ਼ਾਨ ਗੁਰਦੁਆਰਾ ਰਕਾਬਗੰਜ, ਜਿੱਦਾਂ ਜਿੱਦਾਂ ਸਮਾਂ ਜਾਈ ਜਾ ਰਿਹਾ ਉਦਾਂ ਗੁਰਦੁਆਰਾ ਹੋਰ ਆਲੀਸ਼ਾਨ ਹੁੰਦਾ ਜਾ ਰਿਹਾ। ਤੇ ਜਿੱਦਾਂ ਸਮਾਂ ਜਾਈ ਜਾ ਰਿਹਾ ਔਰੰਗਜ਼ੇਬ ਦਾ ਲੋਕੀ ਨਾਮ ਹੀ ਭੁੱਲਦੇ ਜਾ ਰਹੇ ਜੀ ਜੀ ਜੀ। ਇਹ ਜਾਣੀ ਕਿ ਸੱਚ ਨੇ ਜਿੱਦਾਂ ਸਮਾਂ ਬੀਤਣਾ ਆ ਉਦਾਂ ਸੱਚ ਨੇ ਹੋਰ ਪ੍ਰਫੁੱਲਤ ਹੋਣਾ ਆ। ਇਹ ਇਸ ਗੱਲ ਦਾ ਪ੍ਰਗਟਾਇਆ। ਸਤਿਗੁਰ ਨੇ ਇਹ ਗੱਲ ਕਹੀ ਸੀ ਵੀ ਸੱਚ ਨੂੰ ਪ੍ਰਗਟ ਕਰ ਦਿਓ। ਜਮਨਾ ਪਾਰ ਸਤਿਗੁਰ ਜੀ ਆਪਣੇ ਮਕਾਮ ਤੇ ਜਦੋਂ ਸੀਗੇ ਬੈਠੇ ਹੋਏ ਆ ਸਾਰੀਆਂ ਗੱਲਾਂ ਕਹਿ ਰਹੇ ਸੀਗੇ, ਉਹਨਾਂ ਦਿਨਾਂ ਦੇ ਵਿੱਚ ਹੀ ਭਾਈ ਧਰਮ ਸਿੰਘ ਜੀ ਦਿੱਲੀ ਪਹੁੰਚ ਗਿਆ। ਤੁਸੀਂ ਕਿੱਥੇ ਮਿਲੇ? ਭਾਈ ਦਿੱਲੀ, ਉਹਨਾਂ ਪਤਾ ਸੀ ਦਿੱਲੀ ਆ। ਆਗਰੇ ਤੋਂ ਚੱਲ ਕੇ ਉਹ ਦਿੱਲੀ ਪਹੁੰਚ ਗਿਆ ਭਾਈ ਧਰਮ ਸਿੰਘ ਜੀ। ਆਪਣੇ ਜਥੇ ਸਮੇਤ ਉੱਥੇ ਪਹੁੰਚੇ, ਸਤਿਗੁਰੂ ਨੂੰ ਆ ਕੇ ਡੰਡੌਤ ਕੀਤੀ, ਨਮਸਕਾਰਾਂ ਕੀਤੀਆਂ, ਸਤਿਗੁਰੂ ਦਾ ਧੰਨਵਾਦ ਵੀ ਕੀਤਾ। ਸਤਿਗੁਰੂ ਜੀ ਸਾਨੂੰ ਲੱਗਾ ਕਿ ਸਾਨੂੰ ਤੁਸੀਂ ਲੜਾ ਰਹੇ ਜੀ ਜੀ ਜੀ। ਜਿੱਦੀ ਉੱਥੇ ਗੋਲੇ ਵੱਢ ਰਹੇ ਸੀ, ਜਿੱਦੀਆਂ ਗਾਂਹ ਵੜਨ ਦਾ ਕੋਈ ਨਹੀਂ ਸੀ, ਪਰ ਸਾਨੂੰ ਲੱਗਦਾ ਸਾਡਾ ਗੁਰੂ ਹੁਕਮ ਕਰ ਰਿਹਾ ਅੱਗੇ ਵਧੋ, ਤੇ ਅਸੀਂ ਅੱਗੇ ਵਧੇ ਤੇ ਉਹਨਾਂ ਦੇ ਗੋਲੇ ਪਿੱਛੇ ਆ ਕੇ ਡਿੱਗਦੇ ਸੀ। ਬਾਕੀ ਫੌਜ ਦਾ ਨੁਕਸਾਨ ਆ, ਸਾਡਾ ਨੁਕਸਾਨ ਵੀ ਕੋਈ ਨਹੀਂ ਹੋਇਆ, ਅਸੀਂ ਫੌਜਾਂ ਦੇ ਵਿੱਚ ਹੀ ਵੜ ਗਿਆ ਜੀ। ਤੇ ਜਦੋਂ ਸਾਡੇ ਲਈ ਸਾਨੂੰ ਇੱਦਾਂ ਲੱਗਦਾ ਜਿੱਧਰੋਂ ਅਸੀਂ ਜਾਂਦੇ ਹਾਂ ਸਾਡੇ ਲਈ ਤੀਰ ਆਪਣੇ ਆਪ ਰਸਤਾ ਬਣਾਈ ਜਾ ਰਿਹਾ ਜੀ ਜੀ। ਤੇ ਸਾਨੂੰ ਪਤਾ ਸਤਿਗੁਰੂ ਤੇਰੇ ਤੀਰ ਸੀਗੇ ਭਾਈ ਧਰਮ ਸਿੰਘ ਨੇ, ਉਹਦਾ ਹੀ ਸ਼ਰਧਾ ਸਾਰਾ ਕੁਝ ਵੀ ਸਾਡੇ ਲਈ ਤਾਂ ਰਸਤਾ ਬਣਦਾ ਗਿਆ ਸੀ, ਗਾਂਹ ਵਧੇਗਾ ਜੰਗ ਜਿੱਤ ਲਈ। ਜਿਹੜੀ ਜੰਗ ਜਿੱਤਣ ਦਾ ਮਾਣ ਸਾਨੂੰ ਦਿੱਤਾ ਸਤਿਗੁਰੂ ਜੀ ਤੁਸੀਂ ਦਿੱਤਾ, ਜੰਗ ਜਿੱਤੀ ਗਈ ਆ। ਔਰ ਬਹਾਦਰ ਸ਼ਾਹ ਬਾਦਸ਼ਾਹ ਵੀ ਇਹ ਗੱਲ ਕਹਿੰਦਾ ਕਿ ਜੰਗ ਨਹੀਂ ਸੀ ਜਿੱਤੀ ਜਾਣੀ ਜੇ ਗੁਰੂ ਗੋਬਿੰਦ ਸਿੰਘ ਜੀ ਮਤ ਨਾ ਕਰਦੇ, ਉਹਨਾਂ ਦੀ ਬਖਸ਼ਿਸ਼ ਨਾਲ ਹੁੰਦੀ। ਉਹ ਪੀਰਾਂ ਦੇ ਪੀਰ ਆ, ਉਹ ਰਹਿਮਤਾਂ ਵਾਲੇ ਆ, ਬਖਸ਼ਿਸ਼ਾਂ ਵਾਲੇ ਆ, ਉਹ ਰੱਬ ਦਾ ਰੂਪ ਹੀ ਆ। ਤੇ ਬਾਦਸ਼ਾਹ ਬਹਾਦਰ ਸ਼ਾਹ ਨੇ ਇਹ ਪਰਨ ਕੀਤਾ ਆ ਇੱਕ ਤਰ੍ਹਾਂ ਦਾ ਕਿ ਮੈਂ ਆਪਣੀ ਬਾਦਸ਼ਾਹੀ ਦੀ ਜਿੱਤ ਦੇ ਜਸ਼ਨ ਉਦੋਂ ਹੀ ਕਰਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਉਣਗੇ, ਤੇ ਕਰਨੇ ਆਗਰੇ ਦੇ ਕਿਲ੍ਹੇ 'ਚ ਠੀਕ ਹੈ, ਤੇ ਕਰਨੇ ਉਦੋਂ ਜਦੋਂ ਗੁਰੂ ਗੋਬਿੰਦ ਸਿੰਘ ਆਉਣਗੇ। ਇਸ ਕਰਕੇ ਮੇਰੀ ਬੇਨਤੀ ਉਹਨਾਂ ਨੂੰ ਪਹੁੰਚਾਇਓ ਸਤਿਗੁਰੂ ਜੀ, ਜਿੱਥੇ ਏਡੀ ਬਖਸ਼ਿਸ਼ ਕੀਤੀ, ਜੰਗ ਜਿੱਤ ਬਖਸ਼ੀ, ਉੱਥੇ ਬਾਦਸ਼ਾਹ ਮੇਰੇ ਸਿਰ ਤੇ ਆ ਕੇ ਹੱਥ ਰੱਖੋ, ਮੇਰੇ ਸਿਰ ਤੇ ਆ ਕੇ ਤਾਜ ਤੁਸੀਂ ਰੱਖੋ। ਠੀਕ ਹੈ ਵੀ ਇਹ ਜਿਹੜੀਆਂ ਬੇਨਤੀਆਂ ਉਸ ਜਸ਼ਨ 'ਚ ਸ਼ਾਮਲ ਹੋਵੋ। ਇਹ ਬੇਨਤੀ ਬਾਦਸ਼ਾਹ ਨੇ ਕਰਕੇ ਭੇਜੀ ਆ। ਤੇ ਉਹਦਾ ਨਾਲ ਧਰਮ ਸਿੰਘ ਨੇ ਕਹਤਾ ਵੀ ਸਤਿਗੁਰੂ ਜੀ ਮੈਂ ਵੀ ਕਹਿੰਦਾ ਜ਼ਰੂਰੀ ਜਾਓ। ਹਾਂਜੀ ਹਾਂਜੀ। ਪਰ ਜ਼ਰੂਰੀ ਜਾਓ ਕਹਿ ਕੇ ਫਿਰ ਉਹਨੂੰ ਲੱਗਾ ਵੀ ਕਿਤੇ ਮੈਂ ਸਤਿਗੁਰੂ ਨੂੰ ਕਿਤੇ ਹੁਕਮ ਨਹੀਂ ਕਰ ਰਿਹਾ ਹੈਗਾ, ਮਨ 'ਚ ਖਿਆਲ ਆ ਗਿਆ ਛੁਪੂਆਂ ਜਾ। ਉਹ ਕਹਿੰਦਾ ਸਤਿਗੁਰੂ ਜੀ ਉਦਾਂ ਤੁਸੀਂ ਦਿਵ ਦ੍ਰਿਸ਼ਟੀ ਦੇ ਮਾਲਕ ਆ ਜੀ ਜੀ ਜੀ, ਤੁਹਾਨੂੰ ਪਤਾ ਕੱਲ ਨੂੰ ਕੀ ਚੰਗਾ ਹੈ। ਮੈਂ ਤਾਂ ਜੋ ਹੋਇਆ ਹਾਲਾਤ ਉਹਦੇ ਹਿਸਾਬ ਨਾਲ ਦੱਸਦਾ, ਭਾਵਕ ਹੋ ਕੇ ਸ਼ਾਇਦ ਕਹਿਤੀ ਹੋਵੇ ਗੱਲ, ਪਰ ਤੁਸੀਂ ਦਿਵ ਦ੍ਰਿਸ਼ਟੀ ਦੇ ਮਾਲਕ ਆ, ਤੁਹਾਨੂੰ ਪਤਾ ਆ ਕੀ ਠੀਕ ਕੀ ਨਹੀਂ ਠੀਕ। ਜਿੱਦਾਂ ਤੁਹਾਡਾ ਭਾਣਾ ਹੋਵੇ ਉਦਾਂ ਕਰਿਆ ਜੇ, ਅਸੀਂ ਤੁਹਾਡੇ ਭਾਣੇ ਚੱਲਣ ਵਾਲੇ ਜੀ ਜੀ। ਹੁਣ ਜਿੱਦਾਂ ਭਾਈ ਧਰਮ ਸਿੰਘ ਨੇ ਗੱਲ ਕੀਤੀ, ਗੱਲ ਕਹਿ ਵੀ ਦਿੱਤੀ ਪੂਰੀ ਤਰ੍ਹਾਂ, ਹਾਂਜੀ ਹਾਂਜੀ, ਪਰ ਨਾਲ
ਸਤਿਗੁਰੂ ਦੇ ਭਾਣੇ ਚ ਤੇ ਸਤਿਗੁਰੂ ਬੜੇ ਖੁਸ਼ ਹੋਏ। ਆਪਣੇ ਸ਼ਬਦਾਂ ਨੂੰ ਥੋੜਾ ਸੰਕੋਚ ਵੀ ਲਿਆ, ਆਪਣੇ ਸ਼ਬਦਾਂ ਨੂੰ ਸੰਕੋਚ ਲਿਆ। ਹਾਂਜੀ ਸਤਿਗੁਰੂ ਦੀ ਕਰਮ ਦੀ ਨਿਸ਼ਠਾ ਜੀ, ਕਰਮ ਦੀ ਨਿਸ਼ਠਾ ਜੋ ਬਾਦਸ਼ਾਹ ਨੇ ਕਿਹਾ ਉਸਨੇ ਦੇਤਾ ਉਦਾਂ ਜੀ ਹੀ। ਜੀ ਹਾਂਜੀ ਹਾਂਜੀ ਪਰ ਨਾਲ ਉਹਦੀ ਸ਼ਰਧਾ ਭਾਵਨਾ। ਜੀ ਸਿੱਖ ਨੇ ਦੋਨੇ ਗੱਲਾਂ ਰੱਖਣੀਆਂ। ਸਿੱਖ ਨੇ ਆਪਣੇ ਕਰਮ ਦੀ ਨਿਸ਼ਠਾ ਵੀ ਰੱਖਣੀਆਂ, ਜਿੱਥੇ ਬੈਠੇ ਉਹਦਾ ਵਫਾਦਾਰ ਹੋਵੇ ਜੀ। ਜਿੱਥੇ ਬੈਠਾ ਜੇ ਉਹਦਾ ਵਫਾਦਾਰ ਨਹੀਂ ਤੇ ਫਿਰ ਉਹ ਸਿੱਖ ਨਹੀਂ। ਕਰਮ ਦੀ ਨਿਸ਼ਠਾ ਨਹੀਂ ਹੈਗੀ। ਸਿੱਖ ਨੇ ਕਰਮ ਦੀ ਨਿਸ਼ਠਾ ਵੀ ਕਾਇਮ ਰੱਖਣੀ ਆ, ਪਰ ਸਿੱਖ ਨੇ ਗੁਰੂ ਤੇ ਸ਼ਰਧਾ ਭਾਵਨਾ ਵੀ ਰੱਖਣੀ। ਗੁਰੂ ਦੀ ਗੱਲ ਕਰਨੀ ਆ, ਕਰਨੀ ਗੁਰੂ ਦੀ ਗੱਲ ਹੀ ਆ ਜੀ ਜੀ ਜੀ। ਪਰ ਕਰਮ ਦੀ ਨਿਸ਼ਠਾ ਵੀ ਕਾਇਮ ਰੱਖਣੀ ਹੈ। ਉਹਦੇ ਲਈ ਹੱਲ ਜਿਹੜਾ ਕਿੱਦਾਂ ਕਰਨੀ ਉਹ ਸਤਿਗੁਰ ਦੇ ਆਪੇ। ਜੀ ਜੀ ਜੀ। ਉਹ ਜੇ ਹੋਊਗੀ ਗੱਲ ਤਾਂ ਆਪੇ ਹੱਲ ਵੀ ਨਿਕਲ ਆਉਂਦਾ। ਸਤਿਗੁਰ ਨੇ ਉਹਦੀ ਕਰਮ ਦੀ ਨਿਸ਼ਠਾ ਵੀ ਦੇਖ ਲਈ, ਹਾਂਜੀ ਸ਼ਰਧਾ ਭਾਵਨਾ ਵੀ ਦੇਖ ਲਈ, ਤੇ ਸਤਿਗੁਰ ਨੇ ਫਿਰ ਧਰਮ ਸਿੰਘ ਨੂੰ ਸੰਬੋਧਨ ਹੋ ਗਿਆ ਆਖਿਆ, ਧਰਮ ਸਿੰਘ ਜੀ ਅਸੀਂ ਜਿੱਤ ਹਾਰ ਦੋ ਜਸ਼ਨਾਂ ਤੋਂ ਨਮੋਸ਼ੀਆਂ ਵਾਲੀ ਅਵਸਥਾ ਤੋਂ ਬਿਲਕੁਲ ਨਿਰਲੇਪ ਆ। ਜੀ ਜੀ। ਸਾਨੂੰ ਨਾ ਕਿਸੇ ਦੇ ਜਸ਼ਨ ਦੇ ਫੰਕਸ਼ਨਾਂ ਨਾਲ ਕੋਈ ਫਰਕ ਪੈਂਦਾ, ਨਾ ਕਿਸੇ ਦੀ ਜਿੱਤ ਨਾਲ ਕੋਈ ਫਰਕ ਪੈਂਦਾ, ਨਾ ਕਿਸੇ ਦੀ ਹਾਰ ਨਾਲ ਕੋਈ ਫਰਕ ਪੈਂਦਾ ਆ, ਨਾ ਸਾਨੂੰ ਕਦੀ ਨਮੋਸ਼ੀ ਦੀ ਜਿਹੜੀ ਗੱਲ ਹੁੰਦੀ ਕਿਸੇ ਦੀ, ਨਾ ਉਹਦੇ ਨਾਲ ਕੋਈ ਫਰਕ ਪੈਂਦਾ ਆ। ਅਸੀਂ ਇਹਨਾਂ ਸਾਰੀਆਂ ਗੱਲਾਂ ਤੋਂ ਨਿਰਲੇਪ ਆ। ਜੀ ਜੀ। ਔਰ ਗੁਰੂ ਨਿਰਲੇਪ ਵੀ ਹੋਣਾ ਚਾਹੀਦਾ। ਅਸੀਂ ਚਾਹੁੰਦੇ ਸਾਡਾ ਸਿੱਖ ਵੀ ਨਿਰਲੇਪ ਹੋਵੇ, ਦੁਨੀਆ 'ਚ ਵਿਚਰੇ, ਦੁਨੀਆ ਦੇ ਸਾਰੇ ਦੁੱਖ ਸੁੱਖ ਹੰਡਾਵੇ ਬੇਸ਼ੱਕ, ਪਰ ਇਹਨਾਂ ਤੋਂ ਨਿਰਲੇਪ ਰਹਿ ਕੇ ਹੰਡਾਵੇ। ਇੱਕ ਤਾਂ ਜਦੋਂ ਗੁਰਬਾਣੀ ਗਾਉਂਦੀ ਹੈ ਤੇ ਗੁਰਬਾਣੀ ਕਹਿੰਦੀ ਹੈ ਇੱਕ ਆਨੰਦ ਵਾਲੀ ਅਵਸਥਾ, ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ ਪਾਇਆ। ਹੁਣ ਪੁੱਛੀ ਵੀ ਆਨੰਦ ਵਾਲੀ ਅਵਸਥਾ ਕਿਹੜੀ ਹੋਈ? ਕੋਈ ਕਹਿਣਗੇ ਸੁੱਖ ਵਾਲੀ। ਨਹੀਂ, ਜਿੱਥੇ ਸੁੱਖ ਹੈ ਉੱਥੇ ਦੁੱਖ ਵੀ ਹੋਏਗਾ। ਜੀ ਜੀ ਜੀ। ਸੁੱਖ ਤੇ ਦੁੱਖ ਤੋਂ ਉੱਪਰ ਵਾਲੀ ਅਵਸਥਾ। ਦੁੱਖ 'ਚ ਵੀ ਲੰਘ ਰਿਹਾ ਬੰਦਾ ਉਹਦੇ ਭਾਣੇ 'ਚ, ਸੁੱਖ 'ਚ ਵੀ ਲੰਘ ਰਿਹਾ ਉਹਦੇ ਭਾਣੇ 'ਚ। ਨਾ ਸੁੱਖਾਂ ਦੇ ਵੇਲੇ, ਰੰਗ ਦੇ ਵੇਲੇ, ਜਸ਼ਨਾਂ ਦੇ ਵੇਲੇ ਉਹ ਜਾਣੀ ਕਿ ਭੰਗੜੇ ਪਾਉਂਦਾ ਆ। ਹਾਂਜੀ ਹਾਂਜੀ ਹਾਂਜੀ। ਤੇ ਨਾ ਹੀ ਕਿਤੇ ਜੇ ਕਿਤੇ ਕੋਈ ਦਿਨ ਦੁੱਖ ਆ ਜਾਂਦਾ ਉੱਥੇ ਚੀਕਾਂ ਮਾਰਨ ਲੱਗ ਪੈਂਦਾ। ਜਾਣੀ ਕਿ ਦੋਵਾਂ ਅਵਸਥਾਵਾਂ ਤੋਂ ਨਿਰਲੇਪ ਆ ਆਨੰਦ ਵਾਲੀ ਅਵਸਥਾ। ਤੇ ਗੁਰੂ ਦੇ ਸਿੱਖ ਨੇ ਆਨੰਦ ਵਾਲੀ ਅਵਸਥਾ 'ਚ ਰਹਿਣਾ ਆ। ਸੋ ਸਤਿਗੁਰੂ ਨੇ ਅਸੀਂ ਦੋਵਾਂ ਤੋਂ ਉੱਪਰ ਆ ਭਾਈ, ਪਰ ਫਿਰ ਵੀ ਬਾਦਸ਼ਾਹ ਤੋਂ ਨਾਲ ਮੁਲਾਕਾਤ ਤਾਂ ਕਰਨੀ ਬਣਦੀ ਆ। ਔਰ ਮੁਲਾਕਾਤ ਕਰਨੀ ਇਸ ਕਰਕੇ ਨਹੀਂ ਬਣਦੀ ਕਿ ਉਹਦੇ ਉਹ ਜਿੱਤ ਗਿਆ ਆ। ਹਾਂਜੀ ਹਾਂਜੀ। ਮੁਲਾਕਾਤ ਕਰਨੀ ਇਸ ਕਰਕੇ ਬਣਦੀ ਕਿ ਉਹਨੇ ਲਿਖੇ ਸਾਡੇ ਨਾਲ ਵਾਅਦਾ ਕੀਤਾ ਹੋਇਆ। ਜੀ ਜੀ ਜੀ। ਦੇਖੀ ਉਹ ਆਪਣੇ ਵਾਅਦੇ ਤੇ ਕਿੰਨਾ ਕੁ ਖੜਾ ਹੁੰਦਾ। ਇਹਦੀ ਪਰਖ ਤੇ ਕਰਨੀ ਬਣਦੀ ਨਾ, ਪਰਖ ਤਾਂ ਹੀ ਹੋਊਗੀ ਨਾ ਜੀ ਜੀ, ਜੇ ਉਹਦੇ ਮੂਹਰੇ ਜਾ ਕੇ ਉਹ ਸਵਾਲ ਖੜਾ ਕਰਾਂਗੇ। ਜੇ ਸਵਾਲ ਖੜਾ ਹੀ ਨਹੀਂ ਕਰਾਂਗੇ, ਹਾਂਜੀ, ਮੁਲਾਕਾਤ ਨਹੀਂ ਕਰਾਂਗੇ ਤਾਂ ਸਵਾਲ ਕਿੱਦਾਂ ਖੜਾ ਹੋਊਗਾ? ਸਵਾਲ ਨਹੀਂ ਖੜਾ ਕਰਕੇ ਤੇ ਪਰਖ ਕਿੱਦਾਂ ਹੋਊਗੀ? ਸੋ ਉਹਦੀ ਪਰਖ ਕਰਨੀ ਬਣਦੀ ਆ, ਉਹ ਅਸੀਂ ਪਰਖ ਕਰਾਂਗੇ। ਸੋ ਸਤਿਗੁਰੂ ਨੇ ਆਖਿਆ ਧਰਮ ਸਿੰਘ ਜੀ ਤੇ ਹੋਰ ਜਿਹੜੇ ਨਾਲ ਦੇ ਸਤਿਗੁਰੂ ਦੇ ਦਲ ਦੇ ਸਿੰਘ ਜੀ ਸਾਰਿਆਂ ਨੂੰ ਕਿਹਾ ਵੀ ਤਿਆਰੀ ਸ਼ੁਰੂ ਕਰੋ। ਠੀਕ ਹੈ, ਆਪਾਂ ਤੁਰਨਾ ਆ। ਆਪਾਂ ਦਿੱਲੀ ਤੋਂ ਤੁਰ ਕੇ ਹੁਣ ਆਗਰੇ ਵੱਲ ਜਾਣਾ। ਆਗਰੇ ਵੱਲ ਜਾਣ ਦੀ ਤਿਆਰੀ ਸ਼ੁਰੂ ਕਰੋ। ਅਸ਼ਤਰ ਸ਼ਸਤਰ ਬਸ਼ਤਰ ਜੋ ਤਿਆਰ ਕਰਨ ਵਾਲਾ ਨਾਲ ਹੀ ਰਸਤ ਪਾਣੀ ਸਾਰਾ ਕੁਝ ਉਹ ਤਿਆਰ ਕਰੋ। ਤੰਬੂ ਤਿਆਰ ਕਰਨੇ ਉਹ ਕਰੋ। ਸੋ ਨਾਲ ਹੀ ਸਤਿਗੁਰੂ ਨੇ ਹੁਣ ਮਾਤਾਵਾਂ ਕੋਲ ਬੈਠਿਆ ਸੀ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਵੀ, ਤੇ ਸਤਿਗੁਰੂ ਜੀ ਨੇ ਉਹਨਾਂ ਨੂੰ ਵੀ ਸੰਬੋਧਨ ਹੋ ਕੇ ਆਖਿਆ ਭਾਈ ਜੇ ਤੁਹਾਡਾ ਜੀ ਕਰਦਾ ਸਾਡੇ ਵੱਲੋਂ ਕੋਈ ਨਹੀਂ। ਹਾਂਜੀ, ਸਤਿਗੁਰੂ ਦੀ ਦੇਖੋ ਕਿੱਡੀ ਆਜ਼ਾਦੀ ਆ। ਨਹੀਂ ਤਾਂ ਆਪਾਂ ਆਮ ਤੌਰ ਤੇ ਘਰਾਂ ਦੇ ਵਿੱਚ, ਆਪਣੇ ਘਰਾਂ ਦੇ ਵਿੱਚ ਕਹਿੰਦੇ ਕਿ ਆਹ ਕੰਮ ਕਰਨਾ ਨਾਲ ਖਿੱਚਣਾ ਪੈਂਦਾ। ਜੀ ਜੀ ਜੀ। ਤੇ ਸਤਿਗੁਰੂ ਕਹਿੰਦੇ ਵੀ ਤੁਹਾਡੀ ਮਰਜ਼ੀ ਆ ਮਾਤਾ ਸੁੰਦਰ ਕੌਰ ਨੂੰ, ਮਾਤਾ ਸਾਹਿਬ ਕੌਰ ਨੂੰ, ਤੁਸੀਂ ਦਿੱਲੀ ਰਹਿਣਾ ਚਾਹੁੰਦੇ ਆ? ਹਾਂਜੀ ਹਾਂਜੀ। ਤੁਸੀਂ ਸਾਡੇ ਨਾਲ ਆਗਰੇ ਜਾਣਾ ਚਾਹੁੰਦੇ ਆ? ਅਸੀਂ ਆਗਰੇ ਤੋਂ ਗਾਂ ਦੱਖਣ ਵੱਲ ਵੀ ਜਾਣਾ ਆ। ਜੀ ਜੀ। ਸਾਡੇ ਨਾਲ ਦੱਖਣ ਤੱਕ ਜਾਣਾ ਚਾਹੁੰਦੇ ਆ, ਆਗਰੇ ਤੱਕ ਜਾ ਕੇ ਵਾਪਸ ਆਉਣਾ ਚਾਹੁੰਦੇ। ਤੁਹਾਡੀ ਮਰਜ਼ੀ, ਜਿੱਦਾਂ ਤੁਹਾਡਾ ਜੀ ਕਰਦਾ ਤੁਸੀਂ ਕਰੋ, ਤੁਸੀਂ ਕਰ ਲਓ ਹੈਗੇ। ਹਾਂਜੀ। ਜਦੋਂ ਉਹਨਾਂ ਨੇ ਬਚਨ ਕੀਤੇ ਆ, ਮਾਤਾਵਾਂ ਤਾਂ ਹਲੇ ਇੱਕ ਦੂਜੇ ਦੇ ਮੂੰਹ ਵੱਲ ਦੇਖਦੀਆਂ ਆ, ਕੋਈ ਜਵਾਬ ਦੇ ਦਿੱਤਾ ਤੇ ਦਿੱਲੀ ਦੇ ਸਿੱਖ ਕਹਿੰਦੇ ਸਤਿਗੁਰੂ ਜੀ ਮਾਤਾਵਾਂ ਇੱਥੇ ਆਈਆਂ, ਦਿੱਲੀ ਦਾ ਮਾਹੌਲ ਬਦਲਿਆ, ਰੌਣਕ ਲੱਗੀ ਹੈ, ਰੌਣਕਾਂ ਲੱਗੀਆਂ। ਦੂਰੋਂ ਦੂਰੋਂ ਸੰਗਤਾਂ ਮਾਤਾਵਾਂ ਦੇ ਦਰਸ਼ਨ ਲਈ ਆਉਂਦੀਆਂ। ਮਾਤਾਵਾਂ ਸਵੇਰ ਸ਼ਾਮ ਸਤਸੰਗ ਲਾਉਂਦੀਆਂ, ਸਤਸੰਗ ਲੱਗਦਾ ਆ। ਬੀਬੀਆਂ ਜੁੜਨ ਲੱਗ ਪਈਆਂ, ਬੱਚੇ ਜੁੜਨ ਲੱਗ ਪਏ। ਸਾਡੇ ਬੱਚਿਆਂ ਦੀਆਂ ਬਿਰਤੀਆਂ ਜਿਹੜੀਆਂ, ਮਾਤਾਵਾਂ ਦੀਆਂ ਬਿਰਤੀਆਂ ਜਿਹੜੀਆਂ ਆ, ਬੀਬੀਆਂ ਦੀਆਂ ਬਿਰਤੀਆਂ ਆ ਜਿਹੜੀਆਂ ਸਾਡੇ ਘਰਾਂ ਪਰਿਵਾਰਾਂ ਦੀਆਂ, ਉਹਨਾਂ ਦੀਆਂ ਬਿਰਤੀਆਂ ਨੇ ਗਾਂ ਬੱਚਿਆਂ ਦੀ ਬਿਰਤੀਆਂ ਦਾ ਘਰ 'ਚ ਸੁੱਖ ਸ਼ਾਂਤੀ ਆ, ਖੇੜੇ ਆ, ਆਨੰਦ ਆ, ਸਿੱਖੀ ਫੈਲ ਰਹੀ ਆ ਜੀ। ਤੇ ਇਹ ਸਾਡੇ ਤੋਂ ਆਨੰਦ ਨਾ ਖੋਵੋ, ਮਾਤਾਵਾਂ ਨੂੰ ਦਿੱਲੀ 'ਚ ਰਹਿਣ ਦਿਓ। ਠੀਕ ਹੈ। ਸਤਿਗੁਰੂ ਕਹਿੰਦੇ ਵੀ ਅਸੀਂ ਕੁਝ ਨਹੀਂ ਕਿਹਾ, ਅਸੀਂ ਤੈਨੂੰ ਦੀ ਰਾਏ ਪੁੱਛੀ ਜਿਵੇਂ ਇਹਨਾਂ ਦੀ ਚਾਹੁੰਦੇ ਆ। ਹਾਂਜੀ ਹਾਂਜੀ, ਜਿਵੇਂ ਸੰਗਤ ਦੀ ਮਰਜ਼ੀ। ਸੰਗਤ ਦਾ ਬਚਨ ਜਿਹੜਾ 21ਵੇਂ ਸਤਿਗੁਰੂ ਨੇ ਕਿਹਾ ਹੋਇਆ, ਤੇ ਬਾਕੀ ਇਹਨਾਂ ਦੀ ਮਰਜ਼ੀ, ਜਿਨ੍ਹਾਂ ਨੇ ਜਾਣਾ। ਅਸੀਂ ਕਹਿੰਦੇ ਆ ਦੋਵਾਂ ਦੀ ਆਪਣੀ ਮਰਜ਼ੀ ਨਾਲ ਫੈਸਲਾ ਲੈਣ ਜੋ ਵੀ ਲੈਣਾ ਹੈ। ਤੇ ਮਾਤਾ ਸੁੰਦਰ ਕੌਰ ਕਹਿੰਦੀ ਆਪਾਂ ਦਿੱਲੀ ਦੇ ਸਿੱਖਾਂ ਦੀ ਬੇਨਤੀ ਵੀ ਰੱਖ ਲੈਂਦੇ ਆ। ਜੀ ਤਾਂ ਮੇਰਾ ਵੀ ਜਾਣ ਨੂੰ ਕਰਦਾ, ਪਰ ਆਪਾਂ ਦਿੱਲੀ ਦੇ ਸਿੱਖਾਂ ਦੀ ਬੇਨਤੀ ਰੱਖ ਲੈਂਦੇ, ਮੈਂ ਇੱਥੇ ਰਹਿ ਪੈਂਦੀ ਆ। ਠੀਕ ਹੈ। ਦਿੱਲੀ ਦੇ ਸਿੱਖਾਂ ਦੇ ਦੀਵਾਨ ਲਾਵਾਂਗੇ, ਸਵੇਰੇ ਸ਼ਾਮ ਸਤਸੰਗ ਲਾਇਆ ਕਰਾਂਗੇ। ਹਾਂਜੀ। ਵੈਸੇ ਇਕੱਲੀ ਦਾ ਰਹਿਣਾ ਔਖਾ ਆ, ਪਰ ਪਰਿਵਾਰ ਹੈ। ਭਾਈ ਮਨੀ ਸਿੰਘ ਦੇ ਪਰਿਵਾਰ ਬੈਠਾ, ਭਾਈ ਜਵਾਹਰ ਸਿੰਘ ਦਾ ਪਰਿਵਾਰ ਬੈਠਾ, ਨਗਾਈਆ ਸਿੰਘ ਦਾ ਪਰਿਵਾਰ ਬੈਠਾ, ਬਾਕੀ ਗੁਰੂ ਘਰ ਸਾਰਾ ਪਰਿਵਾਰ ਹੀ ਆ ਨਾ। ਗੁਰੂ ਕੇ ਸਿੱਖ ਗੁਰੂ ਦਾ ਪਰਿਵਾਰ ਹੀ ਆ। ਹਾਂਜੀ। ਪੁੱਤਰਾਂ ਵਰਗੇ ਸਾਰੇ ਬੈਠੇ ਆ। ਪਰ ਮਾਤਾ ਸੁੰਦਰ ਕੌਰ ਵੀ ਚਲੋ ਮੈਂ ਇੱਥੇ ਰਹਿ ਲੈਂਦੀ ਆ। ਪਰ ਜਦੋਂ ਪ੍ਰਸ਼ਾਦੇ ਦਾ ਟਾਈਮ ਹੁੰਦਾ ਨਾ, ਪ੍ਰਸ਼ਾਦਾ ਛਕਣ ਲੱਗੀ ਦਾ, ਕਿਤੇ ਲੰਗਰ ਦਾ ਟਾਈਮ ਹੁੰਦਾ ਆ ਜੀ, ਲੰਗਰ ਛਕਣ ਲੱਗਿਆ ਸਾਹਿਬ ਕੌਰ, ਸਾਹਿਬ ਦੇਵਾ
ਸ਼ਬਦ ਵਰਤਿਆ ਹੋਊ ਉਹਨਾਂ ਨੇ ਹਾਂਜੀ ਵੀ ਉਦੋਂ ਉਦਾਸ ਹੋ ਜਾਂਦੀ ਆ। ਠੀਕ ਹੈ ਇੱਕ ਬੰਦੇ ਰੋਟੀ ਦੀ ਬੁਰਕੀ ਤੋੜਦੀ ਤੇ ਨਾਲ ਕਹਿੰਦੀ ਪਤਾ ਨਹੀਂ ਸਤਿਗੁਰੂ ਨੇ ਪ੍ਰਸ਼ਾਦਾ ਛਕਿਆ ਕਿ ਨਹੀਂ ਛਕਿਆ, ਕਿ ਉਹ ਪ੍ਰਸ਼ਾਦਾ ਮਾਤਾ ਸਾਹਿਬ ਕੋਲ ਸਿਖਾਉਂਦੇ ਹੁੰਦੇ ਸੀ ਜੀ ਜੀ ਸਵੇਰ ਸ਼ਾਮ ਦੋਨੇ ਟਾਈਮ। ਹੂੰ ਪਤਾ ਨਹੀਂ ਛਕਿਆ ਕਿ ਨਹੀਂ ਛਕਿਆ, ਮੈਂ ਛਕਣ ਲੱਗ ਪਈਆਂ। ਹਾਂਜੀ ਹਾਂਜੀ ਇਹ ਉਦਾਸ ਹੋ ਜਾਂਦੀ, ਮੈਨੂੰ ਵੀ ਉਦਾਸ ਕਰ ਦਿੰਦੀ, ਮੈਂ ਵੀ ਸੋਚਣ ਲੱਗ ਪੈਂਦੀ ਹਾਂ, ਮੇਰੇ ਮਨ 'ਚ ਵੀ ਕਈ ਚਿਤਵਨੀਆਂ ਆਉਣ ਲੱਗ ਪਈਆਂ, ਪਤਾ ਨਹੀਂ ਕਿਸ ਹਾਲਤ 'ਚ ਆਉਣਗੇ ਸਫ਼ਰ ਦੇ ਵਿੱਚ ਸਤਿਗੁਰੂ। ਜੀ ਹਾਲੇ ਕਿ ਸਤਿਗੁਰੂ ਸਮਰਾਥਿਆ ਸਾਨੂੰ ਪਤਾ ਆ, ਹਾਂਜੀ ਹਾਂਜੀ ਸਤਿਗੁਰੂ ਸਮਰਾਥਿਆ, ਪਰ ਸਾਡਾ ਵੀ ਤਾਂ ਪਤਨੀ ਹੋਣ ਦੇ ਨਾਤੇ ਫਰਜ਼ ਬਣਦਾ ਨਾ, ਜੀ ਜੀ ਔਰ ਪਤਨੀ ਦਾ ਫਰਜ਼ ਵੀ ਬਣਦਾ, ਖਿਆਲ ਰੱਖੇ ਹੂੰ ਵੀ ਸਤਿਗੁਰੂ ਜੀ ਇਦਾਂ ਕਰੋ, ਫਿਰ ਸਾਹਿਬ ਕਰਨ ਨੂੰ ਨਾਲ ਲੈ ਜਾਓ। ਠੀਕ ਹੈ ਇਹ ਨਾਲ ਹੋਊਗੀ, ਤੁਹਾਡੀ ਟਹਿਲ ਸੇਵਾ ਹੁੰਦੀ ਰਹੂਗੀ, ਹਾਂਜੀ ਹਾਂਜੀ ਸਮੇਂ ਸਿਰ ਤੁਹਾਨੂੰ ਪ੍ਰਸ਼ਾਦਾ ਛਕਾਊਗੀ, ਜੀ। ਤੇ ਮੈਂ ਇਸ ਗੱਲੋਂ ਵੀ ਚਿੰਤਾ 'ਚ ਨਹੀਂ ਹੋਊਗੀ, ਬੇਫਿਕਰ ਰਹੂੰਗੀ ਕਿ ਤੁਹਾਡੇ ਨਾਲ ਸਾਹਿਬ ਕੌਰ ਹੋ ਗਈ, ਤੇ ਸਾਹਿਬ ਕੌਰ ਜਿੱਦਾਂ ਤੁਹਾਡਾ ਖਿਆਲ ਰੱਖ ਸਕਦੀ ਉੱਦਾਂ ਕੋਈ ਨਹੀਂ ਰੱਖ ਸਕਦਾ। ਜੀ ਇਸ ਲਈ ਸਾਹਿਬ ਕੌਰ ਨਾਲ ਕਿੱਡੀ ਵੱਡੀ ਗੱਲ ਆ। ਜੀ ਜੇ ਘਰ 'ਚ ਦੋ ਔਰਤਾਂ ਨੇ ਰਹਿਣਾ ਹੋਵੇ ਤੇ ਐਡਾ ਹੀ ਸਬਰ ਹੋਣਾ ਚਾਹੀਦਾ, ਐਡਾ ਹੀ ਸਿਦਕ ਹੋਣਾ ਚਾਹੀਦਾ। ਇੱਥੇ ਤਾਂ ਨੂੰਹ ਸੱਸ ਦੀ ਨਹੀਂ ਬਣਦੀ ਹਾਂਜੀ ਹਾਂਜੀ ਹੁੰਦੀ, ਪਰ ਇਹ ਜੇ ਸਬਰ ਸਿੱਖਣਾ ਹੋਵੇ ਤੇ ਗੁਰੂ ਸਾਹਿਬ ਦੇ ਪਰਿਵਾਰ ਕੋਲੋਂ ਸਿੱਖੋ, ਗੁਰੂ ਸਾਹਿਬ ਦੇ ਪਰਿਵਾਰ ਕੋਲੋਂ ਸਿੱਖੋ। ਜਿੱਦਾਂ ਮੈਂ ਦੇਖਿਆ ਸੀ ਕਿ ਇਤਿਹਾਸ ਦੀ ਗੱਲ ਕਰਦਿਆਂ ਮਾਤਾ ਨਾਨਕੀ ਜੀ, ਹਾਂਜੀ। ਗੁਰੂ ਹਰਗੋਬਿੰਦ ਸਾਹਿਬ ਦੇ ਮਾਤਾ, ਜੀ ਜੀ ਤੇ ਮਾਤਾ ਗੁਜਰੀ ਜੀ, ਜਦੋਂ ਮਾਤਾ ਗੁਜਰੀ ਦਾ ਆਨੰਦ ਕਾਰਜ ਹੋਇਆ ਹਾਂਜੀ 13 ਸਾਲ ਦੀ ਉਮਰ ਸੀ, ਮਾਤਾ ਨਾਨਕੀ ਜੀ ਨੂੰਹ ਬਣ ਕੇ ਆਏ, ਤੇ ਫਿਰ ਗੁਰੂ ਪਰਿਵਾਰ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਚਲ ਗਿਆ, ਤੇ ਮਾਤਾ ਨਾਨਕੀ ਜੀ ਬਕਾਲੇ ਆ ਗਏ, ਤੇ ਮਾਤਾ ਗੁਜਰੀ ਜੀ ਗੁਰੂ ਤੇਗ ਬਹਾਦਰ ਵੀ ਬਕਾਲੇ ਆ ਗਿਆ। ਹਾਲੇ ਗੁਰੂ ਦੀ ਗੱਦੀ ਨਹੀਂ ਸੀ ਮਿਲੀ। ਜੀ 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 ਪਰ ਜਿੱਦਾਂ ਉਹ ਟਾਈਮ 30 ਸਾਲ ਦਾ ਸਮਾਂ ਮਾਤਾ ਨਾਨਕੀ ਤੇ ਮਾਤਾ ਗੁਜਰੀ ਨੇ ਕੱਢਿਆ ਉੱਥੇ ਬਕਾਲੇ 'ਚ ਬੈਠ ਕੇ, ਜੀ ਜੀ ਫਿਰ ਬਾਅਦ 'ਚ ਬਕਾਲੇ ਤੋਂ ਤੁਰ ਕੇ ਇਹ ਅੰਮ੍ਰਿਤਸਰ, ਆਨੰਦਪੁਰ, ਕੀਰਤਪੁਰ, ਆਨੰਦਪੁਰ, ਤੇ ਫਿਰ ਪਟਨਾ ਸਾਹਿਬ, ਸਾਰਾ ਜਿੱਦਾਂ ਟਾਈਮ ਉਹ ਕੱਢਿਆ ਆ, ਹਾਂਜੀ ਤਕਰੀਬਨ ਅੱਧੀ ਸਦੀ ਦਾ ਸਮਾਂ ਬਣ ਜਾਂਦਾ, ਅੱਧੀ ਸਦੀ ਦਾ। ਕਿਤੇ ਫਰਕ ਮਾਂ ਤੇ ਧੀ ਦੇ ਵਿੱਚ ਵੀ ਫਰਕ ਪੈ ਸਕਦਾ, ਪਰ ਮਾਤਾ ਗੁਜਰੀ ਤੇ ਮਾਤਾ ਨਾਨਕੀ ਦੇ ਵਿੱਚ ਕੋਈ ਕੋਈ ਇਦਾਂ ਦੀ ਫਰਕ ਗੱਲ ਨਹੀਂ ਨਹੀਂ ਆਈ। ਹਾਂਜੀ ਜੀ 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 ਏਦਾਂ ਰਹਿਣਾ ਚਾਹੀਦਾ ਘਰ ਦੇ ਵਿੱਚ, ਦੋ ਜੀ ਇੱਕ ਜਾਨ ਨੂੰ ਸੱਸ, ਜੀ ਇੱਥੋਂ ਰਹਿਣਾ ਸਿੱਖਣਾ ਚਾਹੀਦਾ। ਤੇ ਇਹ ਜਿਹੜੀ ਗੱਲ ਆ, ਜੇ ਇੱਕ ਘਰ 'ਚ ਦਾ ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ ਰਹਿ ਰਹੀ ਆ, ਇਹ ਵੀ ਆਪਣੇ ਆਪ 'ਚ ਇੱਕ ਵਿਲੱਖਣ ਦੀ ਗੱਲ ਆ। ਕਿਤੇ ਮਾਤਾ ਸਾਹਿਬ ਕੌਰ ਨੂੰ ਨਾਲ ਲੈ ਜਾਓ, ਸੋ ਫੈਸਲਾ ਹੋ ਗਿਆ, ਹਾਂਜੀ ਮਾਤਾ ਸਾਹਿਬ ਕੌਰ ਨਾਲ ਜਾਊਗੀ, ਹਾਂਜੀ ਤੇ ਮਾਤਾ ਸੁੰਦਰ ਕੌਰ ਜੀ ਦਿੱਲੀ ਰਹਿਣਗੀ। ਦਿੱਲੀ ਦੇ ਵੀ ਸਤਸੰਗ ਬੜੇ ਰਹਿਣਗੇ, ਤੇ ਸਤਿਗੁਰੂ ਦੀ ਜਿਹੜੀ ਟਹਿਲ ਸੇਵਾ ਉਹਦਾ ਵੀ ਖਿਆਲ ਰੱਖਿਆ ਜਾਊਗਾ। ਮਾਤਾਵਾਂ ਨੇ ਆਪਣੀ ਮਰਜ਼ੀ ਨਾਲ ਇਹ ਫੈਸਲਾ ਲਿਆ, ਸਤਿਗੁਰੂ ਨੇ ਕਿਹਾ ਕਿ ਜਿੱਦਾਂ ਤੁਹਾਡੀ ਖੁਸ਼ੀ, ਜਿੱਦਾਂ ਤੁਹਾਡੀ ਖੁਸ਼ੀ। ਹਾਂਜੀ ਔਰ ਮੈਂ ਸੋਚਦਾ ਸਤਿਗੁਰੂ ਦੇ ਨਾਲ ਜਿੱਥੇ ਸਾਰੀ ਦੁਨੀਆ ਸਤਿਗੁਰੂ ਨੂੰ ਸਤ ਵਚਨ ਕਹਿ ਰਹੀ ਆ, ਜੀ ਜੀ ਉੱਥੇ ਮਾਤਾਵਾਂ ਦੇ ਕੋਲ ਘਰ ਦੇ ਵਿੱਚ ਆ ਕੇ ਸਤਿਗੁਰੂ ਵੀ ਭਾਵੇਂ ਬਾਹਰ ਜਾਣੀ ਕਿ ਪਤੀ ਵਾਲੀ ਗੱਲ ਹੈ, ਉੱਥੇ ਸਤਿਗੁਰੂ ਸਤ ਵਚਨ ਹੀ ਕਹਿ ਰਿਹਾ। ਜੀ 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 ਕਿਆ ਕਮਾਲ ਹੈ, ਕਿਆ ਬਾਤ ਹੈ। ਮਾਤਾ ਗੁਜਰੀ ਦੀ ਗੱਲ ਵੀ ਕਦੀ ਨਹੀਂ ਮੁੜੀ, ਮਾਤਾ ਦੀ ਗੱਲ ਵੀ ਕਦੀ ਨਹੀਂ ਮੁੜੀ, ਔਰ ਜਿਹੜੇ ਮਹਿਲ ਆ ਉਹਨਾਂ ਦੀ ਗੱਲ ਵੀ ਕਦੀ ਨਹੀਂ ਮੁੜੀ। ਸੋ ਸਤਿਗੁਰੂ ਜੀ ਇਹ ਸਾਡੇ ਲਈ ਵੀ ਪੂਰਨੇ ਪਾ ਰਿਹਾ। ਖੈਰ ਜਦੋਂ ਵਿਦਾਇਗੀ ਹੋਣੀ, ਸਤਿਗੁਰੂ ਨੇ ਦਿੱਲੀ ਛੱਡਣ ਦਾ ਫੈਸਲਾ ਕਰ ਲਿਆ, ਵਿਦਾਇਗੀ ਹੋਣੀ, ਹੁਣ ਵਿਦਾਇਗੀ ਵੇਲੇ ਪਤਾ ਲੱਗ ਗਿਆ ਦਿੱਲੀ ਦੇ ਵੀ ਸਤਿਗੁਰੂ ਨੇ ਅੱਜ ਚੱਲ ਜਾਣਾ ਆ। ਹਾਂਜੀ ਬਹੁਤ ਵੱਡਾ ਦੀਵਾਨ ਲੱਗਾ ਜੀ ਸਤਿਗੁਰੂ ਨੂੰ ਤੋਰਨ ਦੇ ਲਈ, ਸਾਰੀਆਂ ਸੰਗਤਾਂ ਆਈਆਂ, ਤੇ ਸਤਿਗੁਰੂ ਜਿੱਥੇ ਜਾਂਦੇ ਸੀ ਇੰਨੇ ਦਿਨ ਦੀਵਾਨ ਲਾਇਆ ਸੀ। ਅੰਮ੍ਰਿਤ ਸੰਚਾਰ ਵੀ, ਇੱਕ ਅੰਮ੍ਰਿਤ ਸੰਚਾਰ ਵੀ ਹੋਇਆ, ਵੱਡਾ ਅੰਮ੍ਰਿਤ ਸੰਚਾਰ ਵੀ ਹੋਇਆ। ਠੀਕ ਜਿਹੜੀਆਂ ਦੂਰੋਂ ਦੂਰੋਂ ਸੰਗਤਾਂ ਅੰਮ੍ਰਿਤ ਛਕਣ ਆਈਆਂ, ਅੰਮ੍ਰਿਤ ਬਲਾਖੀ ਸੰਗਤਾਂ ਆਈਆਂ, ਕਿਸੇ ਇਸ਼ਨਾਨ ਕਰਕੇ ਸਾਰੀਆਂ ਦੀਵਾਨ ਲੱਗਾ, ਅੰਮ੍ਰਿਤ ਸੰਚਾਰ ਹੋਇਆ। ਤੇ ਜਦੋਂ ਅੰਮ੍ਰਿਤ ਸੰਚਾਰ ਹੋਇਆ, ਉਹਨਾਂ 'ਚ ਇੱਕ ਬੱਚੇ ਦੀ ਜਿਹੜੀ ਸ਼ਕਲ ਸੀ, ਹਾਂਜੀ ਉਹ ਹੂ ਬਹੂ ਸਾਹਿਬਜ਼ਾਦਾ ਅਜੀਤ ਸਿੰਘ ਦੇ ਬਚਪਨ ਵਰਗੀ ਸ਼ਕਲ ਸੀ। ਠੀਕ ਠੀਕ ਹੁਣ ਮਾਤਾ ਸੁੰਦਰ ਕੌਰ ਨੇ ਦੇਖਿਆ, ਮਾਤਾ ਸੁੰਦਰ ਕੌਰ ਨੇ ਛੁੱਟ ਲੈ ਕੇ ਬੱਚਾ ਖੜਾਇਆ ਹੋਇਆ, ਹਾਂਜੀ ਹਾਂਜੀ ਆਪਣਾ ਬੱਚਾ, ਉਸ ਬੱਚੇ ਦੀ ਉਮਰ ਹੈ ਅੱਲੜ ਉਮਰ ਤੇ ਹਾਲੇ, ਹਾਂਜੀ ਉੱਡੀ ਉਮਰ ਦਾ ਨਹੀਂ, ਜਿੱਡੀ ਉਮਰ ਦੇ ਸਾਹਿਬਜ਼ਾਦਾ ਅਜੀਤ ਸਿੰਘ ਸ਼ਹੀਦ ਹੋਇਆ, ਪਰ ਉਹਦੇ 'ਚ ਛੋਟੀ ਉਮਰ ਦੇ ਸੀ, ਜਦੋਂ ਛੋਟੀ ਉਮਰ ਦੇ ਵਰਗਾ ਉਦਾਂ ਦਾ ਖਿਆਲ ਆ ਰਿਹਾ ਵੀ ਇਦਾਂ ਉਹ ਤੁਰਦੇ ਹੁੰਦੇ ਸੀ, ਇਦਾਂ ਬੈਠਦੇ ਹੁੰਦੇ ਸੀ, ਉਹਨੂੰ ਲੱਗਿਆ ਵੀ ਜਿੱਦਾਂ ਸਾਹਿਬਜ਼ਾਦਾ ਅਜੀਤ ਸਿੰਘ ਆ ਗਿਆ ਜੀ। ਉਹ ਬੱਚੇ ਨੇ ਅੰਮ੍ਰਿਤ ਛਕਿਆ, ਅੰਮ੍ਰਿਤ ਛਕ ਕੇ ਜਦੋਂ ਹੁਣ ਕਕਾਰ ਧਾਰਨ ਕਰ ਰਿਹਾ, ਸ਼ਸਤਰਧਾਰੀ ਬਾਣਾ ਉਦਾਂ ਦਾ ਧਾਰਨ ਕਰ ਰਿਹਾ, ਸ਼ਸਤਰ ਪਾ ਲਿਆ, 5 ਕਕਾਰੀ ਹੋ ਗਿਆ, ਸ਼ਸਤਰਧਾਰੀ ਹੋ ਗਿਆ, ਉਦਾਂ ਦਾ ਦਮਾਲਾ ਸਜਾ ਲਿਆ। ਉਹਨੂੰ ਲੱਗਾ ਵੀ ਹੂ ਬਹੂ ਮਾਤਾ ਸੁੰਦਰ ਕੌਰ ਨੂੰ, ਕਿ ਹੂ ਬਹੂ ਜੀ ਸਿੰਘ ਆ ਗਿਆ, ਸਾਹਿਬਜ਼ਾਦਾ ਆ ਗਿਆ। ਹੁਣ ਆਪਣੀ ਨਿਗਾਹ ਉਹਦੀ ਉਧਰ ਨੂੰ ਮਾਤਾ ਸੁੰਦਰ ਕੌਰ ਦੀ ਜਾਂਦੀ ਆ, ਆਪਣੀ ਨਿਗਾਹ ਫਿਰ ਪਾਸੇ ਕਰਦੀ, ਪਰ ਫਿਰ ਨਿਗਾਹ ਉਧਰ ਜਾਂਦੀ ਆ, ਬੱਚੇ ਦੇ ਵਿੱਚ ਮਾਂ ਦੀ ਮਮਤਾ ਜਾਗ ਪਈ। ਹਾਂਜੀ ਉਧਰੋਂ ਸਤਿਗੁਰ ਦੇ ਜਾਣ ਦੀ ਜਿਹੜਾ ਟਾਈਮ ਹੋ ਰਿਹਾ, ਜਾਣ ਦਾ ਟਾਈਮ ਹੋ ਰਿਹਾ, ਦੀਵਾਨ ਲੱਗਣ ਤੋਂ ਬਾਅਦ ਸਤਿਗੁਰੂ ਪਤ ਜਾਣਾ ਹੈ, ਤੇ ਉਹ ਸਤਿਗੁਰੂ ਦੇ ਨੇੜੇ ਹੋ ਕੇ ਬੇਨਤੀ ਕੀਤੀ, ਸਤਿਗੁਰੂ ਜੀ ਆਹ ਜਿਹੜਾ ਬੱਚਾ ਆ, ਹਾਂਜੀ ਉਹਦੇ 'ਚ ਮੈਨੂੰ ਆਪਣੇ ਵੱਡੇ ਸਾਹਿਬਜ਼ਾਦੇ ਦਾ ਬਚਪਨ ਨਜ਼ਰ ਆਉਂਦਾ ਜੀ। ਮੇਰੀ ਨਜ਼ਰ ਵਾਰ-ਵਾਰ ਉਧਰ ਨੂੰ ਖਿੱਚੀ ਜਾਂਦੀ, ਮੇਰੀ ਮਮਤਾ ਜਾਗ ਪਈ ਆ, ਤੇ ਮੇਰੀ ਮਮਤਾ ਕਹਿੰਦੀ ਆ ਕਿ ਮੈਨੂੰ ਆਪਣਾ ਮੁਤਬਨਾ ਪੁੱਤਰ ਬਣਾ ਲਵਾਂ। ਹਾਂਜੀ ਕਿਰਪਾ ਕਰੋ, ਤੁਹਾਡੇ ਸਿੱਖਿਆ ਅੰਮ੍ਰਿਤ ਛਕਿਆ ਹੁਣੇ ਤਾਜ਼ਾ, ਹਾਂਜੀ
ਉਹਨਾਂ ਨੂੰ ਉਹਨਾਂ ਦੇ ਪਰਿਵਾਰ ਨੂੰ ਬੇਨਤੀ ਕਰੋ ਇੱਥੇ ਰਹਿ ਪੜੋ ਭਾਵੇਂ ਜੀ 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 ਜਾਂ ਪੁੱਤਰ ਮੈਂ ਮੁੱਤ ਬਣਾ ਮੈਂ ਪਾਲਾਂਗੀ ਮੈਂ ਪੜ੍ਹਾਵਾਂਗੀ ਮੈਂ ਲਿਖਾਵਾਂਗੀ ਮੈਂ ਉਹਦੀ ਪਰਵਰਿਸ਼ ਕਰਾਂਗੀ। ਹਾਂਜੀ ਤੇ ਸਤਿਗੁਰੂ ਕਹਿੰਦੇ ਕਲਗੀਧਰ ਪਾਤਸ਼ਾਹ ਮਾਤਾ ਸੁੰਦਰ ਕੌਰ ਨੂੰ ਸੰਬੋਧਨ ਹੋ ਕੇ ਸਾਡੇ ਲਈ ਤਾਂ ਸਾਰੇ ਹੀ ਖਾਲਸੇ ਪੁੱਤਰ ਆ। ਜੀ 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 ਕਿ ਤੂੰ ਇੱਕ 'ਚ ਕਿਉਂ ਦੇਖਦੀ ਸਾਰਿਆਂ ਹੀ ਦੇਖਤਾ ਆਪਣਾ ਜੀ। ਹਾਂਜੀ ਹਾਂਜੀ ਇਹਨੇ ਪੁੱਤਰ ਕੇ ਸ਼ੀਸ਼ ਪਰਿਵਾਰ ਦੀ ਸੁੱਤ ਚਾਰ ਦੰਦੋਂ ਸਾਹਿਬ ਵੀ ਕਿਹਾ ਸੀਗਾ ਜੀ ਜੀ ਤੂੰ ਇੱਕ 'ਚ ਕਿਉਂ ਦੇਖਦੀ ਤੂੰ ਸਾਰਿਆਂ 'ਚ ਦੇਖ ਸਾਨੂੰ ਤਾਂ ਸਾਰਿਆਂ 'ਚ ਆਪਣੇ ਪੁੱਤਰ ਨਜ਼ਰ ਆਉਂਦੇ ਆ ਕੋਈ ਕਿਸੇ ਤੋਂ ਘੱਟ ਨਹੀਂ ਹੈਗਾ। ਹਾਂਜੀ ਸਾਰਿਆਂ ਨੂੰ ਅਸੀਂ ਇੱਕੋ ਜਿਹਾ ਪਿਆਰ ਕਰਦੇ ਇੱਕੋ ਜਿਹਾ ਸਤਿਕਾਰ ਦਿੰਦੇ ਆ ਸਾਡੀ ਸਾਰਿਆਂ ਦੀ ਬਖਸ਼ਿਸ਼ ਵੀ ਇੱਕੋ ਜਿਹੀ ਆ। ਤੇ ਇਹ ਗੱਲ ਵੱਖਰੀ ਆ ਕਿ ਆਪਣੀ ਰਹਿਤ ਕਰਕੇ ਆਪਣੇ ਕਰਮ ਕਰਕੇ ਜੀ ਜੀ ਆਪਣੀ ਬਹਿਤ ਕਰਕੇ ਕੋਈ ਸਾਡੇ ਜ਼ਿਆਦਾ ਨੇੜੇ ਆ ਜਾਂਦਾ ਕੋਈ ਸਾਡੇ ਤੋਂ ਦੂਰ ਚਲੇ ਜਾਂਦਾ ਹਾਂਜੀ ਉਹ ਗੱਲ ਉਹਦੀ ਆਪਣੀ ਆ। ਸਾਡਾ ਪਿਆਰ ਇੱਕੋ ਜਿਹਾ ਹੀ ਆ ਜੀ ਜੀ ਸਾਡਾ ਪਿਆਰ ਰੱਬ ਵਾਂਗੂ ਆ ਸਾਡੀ ਉਹ ਧੁੱਪ ਉਦਾਂ ਹੀ ਆ ਜਿੱਦਾਂ ਸੂਰਜ ਦੀ ਹੁੰਦੀ ਸਾਰਿਆਂ ਲਈ ਜੀ ਜੀ ਪਰ ਕੋਈ ਸ਼ਾਮੇ ਜਾ ਬੰਦਾ ਉਹ ਧੁੱਪ ਨਹੀਂ ਲੈਂਦਾ। ਹਾਂਜੀ ਹਾਂਜੀ ਸਾਡੀ ਬਖਸ਼ੀ ਉਦਾਂ ਵਾਲੀ ਪਰ ਆਪਣੇ ਕਰਮਾਂ ਕਰਕੇ ਕੋਈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕੋਈ ਦੂਰ ਨੇੜੇ ਤੇ ਚਲੇ ਜਾਂਦਾ ਕੋਈ ਆਪੋ ਆਪਣੀ ਕਰਮੀ ਕਰਕੇ ਪਰ ਸਾਡੇ ਲਈ ਸਾਰੇ ਖਾਲਸੇ ਪੁੱਤਰਾਂ ਵਾਂਗੂ ਆ। ਜੀ ਜੀ ਇਸ ਕਰਕੇ ਸਾਰਿਆਂ ਨੂੰ ਸਾਹਿਬਜ਼ਾਦੇ ਸਮਝ ਹਾਂਜੀ ਸਾਰਿਆਂ ਦਾ ਸਤਿਕਾਰ ਪਿਆਰ ਕਰ ਇੱਕ ਵਿੱਚ ਮੋਹ ਚ ਨਾ ਪੈ ਜਿੱਥੇ ਇੱਕ ਚ ਗੱਲ ਆ ਗਈ ਉਹ ਮੋਹ ਆ ਜਾਣੀ ਆ ਉਹ ਮੋਹ ਮਮਤਾ ਹੋ ਜਾਣੀ ਆ ਉਹ ਪਿਆਰ ਸਤਿਕਾਰ ਨਹੀਂ ਰਹਿਣਾ ਉਹ ਮੋਹ ਮਮਤਾ ਰਹਿ ਜਾਣੀ ਆ। ਪਰ ਮਾਤਾ ਸੁੰਦਰ ਕੌਰ ਦੀ ਮਮਤਾ ਜਾਗ ਚੁੱਕੀ ਸੀਗੀ। ਹਾਂਜੀ ਹੁਣ ਮਾਂ ਦੀ ਮਮਤਾ ਉਹ ਕਹਿੰਦੀ ਸਤਿਗੁਰੂ ਜੀ ਤੁਹਾਡਾ ਬਚਨ ਸਿਰ ਮੱਥੇ ਸਾਰੇ ਸਿੱਖ ਬਿਰਲੀ ਪੁੱਤਰ ਆ। ਹਾਂਜੀ ਪਰ ਮੈਨੂੰ ਇਸ ਬੱਚੇ 'ਚ ਆਪਣਾ ਸਾਹਿਬਜ਼ਾਦਾ ਨਜ਼ਰ ਆਉਂਦਾ ਸ਼ਕਲ ਇਹਦੀ ਉਦਾਂ ਦੀ ਆ ਜੀ ਸੁਰਤ ਉਦਾਂ ਦੀ ਬਹਿੰਦਾ ਉਹਦੇ ਵਾਂਗੂ ਆ ਦੇਖਦਾ ਉਹਦੇ ਵਾਂਗੂ ਹੱਸਦਾ ਉਹਦੇ ਵਾਂਗੂ ਆ ਜੀ ਤੇ ਮੈਨੂੰ ਬਚਪਨ ਦਿਸਦਾ ਉਹਦਾ ਤੇ ਮੈਨੂੰ ਆਗਿਆ ਦਿਓ ਮੈਨੂੰ ਆਪਣਾ ਪਾਲਤੂ ਪੁੱਤਰ ਬਣਾ ਲਵਾਂ। ਹਾਂਜੀ ਕਰੋ ਗੱਲ ਪਰਿਵਾਰ ਨਾਲ। ਜੀ ਜੀ ਸਤਿਗੁਰੂ ਜੀ ਕਹਿੰਦੇ ਤੁਹਾਡੀ ਇੱਛਾ ਆ ਫਿਰ ਸਤਿਗੁਰੂ ਨੇ ਹੁਕਮ ਨਹੀਂ ਕੀਤਾ। ਹਾਂਜੀ ਸਮਝਾ ਦਿੱਤਾ ਪਰ ਹੁਕਮ ਨਹੀਂ ਕੀਤਾ। ਹਾਂਜੀ ਤੁਹਾਡੀ ਇੱਛਾ ਆ ਜੀ ਪਰ ਇੱਕ ਗੱਲ ਤੈਨੂੰ ਦੱਸਦੀ ਵੀ ਅਕਾਲ ਪੁਰਖ ਪ੍ਰਮਾਤਮਾ ਨੇ ਸਾਰਿਆਂ ਨੂੰ ਅਲੱਗ-ਅਲੱਗ ਬਣਾਇਆ। ਹਾਂਜੀ ਤੈਨੂੰ ਦਿਸਦਾ ਤੇਰੇ ਮੋਹ ਕਰਕੇ ਇਹ ਜੋ ਸਾਹਿਬਜ਼ਾਦਾ ਅਜੀਤ ਸਿੰਘ ਪਰ ਜਿਹੜੀ ਨਿਗਾਹ ਨਾਲ ਅਸੀਂ ਦੇਖ ਰਹੇ ਹਾਂ ਸਾਨੂੰ ਇਹ ਚ ਸਾਹਿਬਜ਼ਾਦਾ ਅਜੀਤ ਸਿੰਘ ਨਹੀਂ ਨਜ਼ਰ ਆਉਂਦਾ। ਜੀ ਪਿਆਰ ਸਾਡੇ ਸਾਰੇ ਸਿੱਖਾਂ ਨਾਲ ਇੱਕੋ ਆ ਸਾਰੇ ਸਾਨੂੰ ਸਾਹਿਬਜ਼ਾਦਿਆਂ ਵਰਗੇ ਆ ਪੁੱਤਰਾਂ ਵਾਂਗੂ ਆ ਜੀ ਪਰ ਉਸ ਅਕਾਲ ਪੁਰਖ ਪ੍ਰਮਾਤਮਾ ਨੇ ਇੱਕ ਤੋਂ ਦੂਜਾ ਜੀ ਭਿੰਨ ਬਣਾਇਆ ਜੀ ਇੱਕ ਦੂਜੇ ਨਾਲ ਰਲਦਾ ਨਹੀਂ ਰੰਗੀ ਰੰਗੀ ਭਾਂਤੀ ਕਰ ਜਿੰਸੀ ਮਾਇਆ ਜਿੰਨਾ ਪਾਈ ਔਰ ਸਾਇੰਸ ਨੇ ਹੁਣ ਲੱਭਣਾ ਸ਼ੁਰੂ ਕਰਤਾ। ਸਾਇੰਸ ਇਹ ਗੱਲ ਕਹਿੰਦੀ ਆ ਕਿ ਇੱਕ ਦਰਖਤ ਆ ਨਾ ਇੱਕ ਦਰਖਤ ਆ ਹਾਂਜੀ ਉਹਦਾ ਤਣਾ ਇੱਕ ਜਾ ਰਿਹਾ ਟਹਿਣੀਆਂ ਇੱਕ ਜਾ ਰਹੀਆਂ ਹੈਗੀਆਂ ਤੇ ਜਿਹੜੇ ਉਹਦੇ ਪੱਤੇ ਆ ਵੱਖਰੇ ਵੱਖਰੇ ਲੱਗੇ ਹੋਏ ਆ ਜੀ ਜੀ ਔਰ ਜੇ ਤੁਸੀਂ ਉਸ ਪੱਤੇ ਨੂੰ ਇੱਕ ਨੂੰ ਤੋੜ ਕੇ ਇੱਕੋ ਦਰਖਤ ਦੇ ਪੱਤੇ ਨੂੰ ਤੋੜ ਕੇ ਖੁਰਦਬੀਨ ਦੇ ਥੱਲੇ ਰੱਖ ਕੇ ਦੇਖੋਗੇ ਪੂਰੀ ਤਰ੍ਹਾਂ ਤੇ ਦੂਜੇ ਪੱਤੇ ਨੂੰ ਰੱਖੋ ਉਸੇ ਦਰਖਤ ਨੂੰ ਇੱਕ ਪੱਤੇ ਨਾਲੋਂ ਦੂਜਾ ਪੱਤਾ ਭਿੰਨ ਹੋਏਗਾ ਜੀ ਜੀ ਹੂ ਬਹੂ ਇੱਕੋ ਜਿਹਾ ਨਹੀਂ ਹੋਣਾ। ਇੱਕ ਬੰਦੇ ਨਾਲ ਦੂਜੇ ਬੰਦੇ ਦਾ ਡੀਐਨਏ ਵੱਖਰਾ ਹੋਊਗਾ ਇੱਥੋਂ ਤੱਕ ਉਹਦੇ ਵਾਲ ਦੇ ਵਿੱਚੋਂ ਵੀ ਜੇ ਤੁਸੀਂ ਡੀਐਨਏ ਟੈਸਟ ਹੋਗੇ ਤੇ ਵੱਖਰਾ ਨਜ਼ਰ ਆਊਗਾ ਦੂਜੇ ਦਾ ਵੱਖਰਾ ਨਜ਼ਰ ਆਊਗਾ ਕੋਈ ਨਾ ਕਿਸੇ ਜਿਹਾ ਪਾਇਆ। ਸਤਿਗੁਰੂ ਸਾਨੂੰ ਇੱਕੋ ਜਿਹਾ ਨਜ਼ਰ ਨਹੀਂ ਆ ਰਿਹਾ ਤੂੰ ਉਸ ਕਦੇ ਸਾਡੀ ਨਿਗਾਹ ਨਾਲ ਦੇਖ ਉਹ ਖੁਰਦਬੀਨ ਵਾਲੀ ਨਿਗਾਹ ਨਾਲ ਦੇਖ ਉਹ ਦੂਰਬੀਨ ਵਾਲੀ ਨਿਗਾਹ ਨਾਲ ਦੇਖ ਜਿਹੜੀ ਦੇਖੀ ਜਾ ਸਕਦੀ ਜਿਹੜੀ ਬਰੀਕੀ ਦੇਖਦੀ ਆ ਤੇ ਉਹਦਾ ਤੇਰੀ ਮਰਜ਼ੀ ਆ। ਉਹ ਕਹਿੰਦੀ ਨਹੀਂ ਸਤਿਗੁਰੂ ਜੀ ਮੇਰਾ ਹੁਣ ਮਨ ਆ ਗਿਆ ਹਾਂਜੀ ਮੇਰਾ ਦਿਲ ਲੱਗਾ ਰੂ ਤੁਸੀਂ ਚੱਲ ਜਾਣਾ ਆਪਣੇ ਸਫ਼ਰ ਤੇ ਮੈਂ ਪੁੱਤਰ ਨੂੰ ਪਾਲੂੰਗੀ ਜੀ 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 ਇਹਨੂੰ ਵੱਡਾ ਕਰੂੰਗੀ ਪੜਾਉਂਗੀ ਲਿਖਾਉਂਗੀ। ਸਤਿਗੁਰੂ ਕਹਿੰਦੇ ਵੀ ਮੋਹ ਮਮਤਾ ਜਿਹੜਾ ਖੁਆਰ ਕਰਦਾ ਹੁੰਦਾ ਇਹ ਵੀ ਗੱਲ ਸਤਿਗੁਰੂ ਨੇ ਕਹਿਤੀ ਠੀਕ ਸਾਡੇ ਲਈ ਚੇਤਾਵਨੀ ਦੇਣੀ ਸਾਡਾ ਫਰਜ਼ ਬਣਦਾ ਮੋਹ ਮਮਤਾ ਖੁਆਰੀ ਦਾ ਕਾਰਨ ਬਣਦਾ ਹੁੰਦਾ ਆ ਸਾਵਧਾਨ ਕਰਨਾ ਸਾਡਾ ਫਰਜ਼ ਆ ਬਾਕੀ ਤੇਰੀ ਮਰਜ਼ੀ ਆ ਯਾਨੀ ਕਿ ਫਰਜ਼ ਵੀ ਆਪਣਾ ਪੂਰਾ ਕਰਤਾ ਸਾਵਧਾਨੀ ਦੱਸਦੀ ਬਾਕੀ ਜਿਵੇਂ ਤੂੰ ਕਹੇ ਉਵੇਂ ਹੀ। ਪਰ ਉਹ ਮਾਤਾ ਸੁੰਦਰ ਕੌਰ ਦਾ ਦਿਲ ਆ ਗਿਆ ਸੀ ਪਰਿਵਾਰ ਨਾਲ ਗੱਲ ਕੀਤੀ ਪਰਿਵਾਰ ਨੂੰ ਖੁਸ਼ੀਆਂ ਚੜ੍ਹ ਗਈਆਂ ਹਾਂਜੀ ਉਹ ਸਾਡਾ ਬੱਚਾ ਮਾਤਾ ਸੁੰਦਰ ਕੌਰ ਦੇ ਕੋਲ ਪੜੂਗਾ ਜੀ ਜੀ ਉਹ ਕਹਿੰਦੇ ਜੀ ਸਤ ਬਚਨ ਵਾਲੀ ਗੱਲ ਹਾਂਜੀ ਸੋ ਮਾਤਾ ਸੁੰਦਰ ਕੌਰ ਜੀ ਨੇ ਉਹ ਪੁੱਤਰ ਲੈ ਲਿਆ ਹਾਂਜੀ ਪੁੱਤਰ ਲੈ ਕੇ ਉਹ ਬੱਚਾ ਉਹਦਾ ਨਾਮ ਹੀ ਅਜੀਤ ਸਿੰਘ ਰੱਖ ਦਿੱਤਾ ਠੀਕ 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 ਤੇ ਅਜੀਤ ਸਿੰਘ ਰੱਖ ਕੇ ਉਹਨੂੰ ਪਾਲਿਆ ਹਾਂਜੀ मेरा ख्याल समा हो गया इत्थों गल फिर शुरू कर ਦਾਂਗੇ बिल्कुल जी जिस तरह बच्चा ਵੱਡਾ ਹੋਇਆ ਸੁੰਦਰ ਕੌਰ ਮਾਤਾ ਜੀ ਨੇ ਜਿਹਦੇ ਨਾਲ ਰਿਹਾ ਜਾਂ ਕੀ ਬਾਅਦ ਵਿੱਚ ਕੀ ਜਿਹੜੇ ਹਾਲਾਤ ਹੋਏ ਜੋ ਕੀ ਗੱਲਬਾਤ ਹੋਈ ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਸਾਂਝੀ ਕੀਤੀ ਜਾਵੇਗੀ ਕਿ ਉਹ ਦਿੱਲੀ ਤੋਂ ਸਤਿਗੁਰੂ ਜੀ ਨੇ ਜਿਹੜੇ ਸੀ
ਸ਼ਾਹ ਮੁਹੰਮਦ ਦੀ ਕਹਿ ਸਕਦੇ ਹਾਂ, ਉਹਦੇ ਮੁਹੰਮਦ ਆਜ਼ਮ ਦੀ ਬੇਨਤੀ ਨੂੰ ਜਿਹੜੀ ਸੀ ਉਹ ਮੰਨ ਲਈ ਤੇ ਉੱਧਰ ਆਗਰੇ ਵੱਲ ਨੂੰ ਤੁਰਨ ਦਾ ਸਤਿਗੁਰੂ ਜੀ ਨੇ ਜਿਹੜਾ ਸੀ ਉਹ ਵਿਚਾਰ ਬਣਾ ਲਿਆ। ਇੱਥੇ ਇਸ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਅਗਲੇ ਐਪੀਸੋਡ ਵਿੱਚ ਆਪ ਜੀ ਨਾਲ ਫਿਰ ਮੁਲਾਕਾਤ ਹੋਵੇਗੀ। ਪ੍ਰੋਗਰਾਮ ਕਰਦੇ ਅਗਰ ਕੋਈ ਗਲਤੀ ਹੋ ਗਈ ਹੋਵੇ, ਭੁੱਲ ਹੋ ਗਈ ਹੋਵੇ, ਤੁਹਾਡੇ ਕੋਲੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਦੇ ਹਾਂ, ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। देशवा पर मोहे है शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं।